ਹੈਲੋ एवरीवन ईटीटी पेपर सेकेंड मैथ ਦੇ ਲਈ ਅੱਜ ਮੈਂ ਨਵਾਂ ਚੈਪਟਰ ਲੈ ਕੇ ਆਈ ਹਾਂ ਕੁਆਡਰੈਟਿਕ ਇਕੁਏਸ਼ਨਸ ਜਿਨ੍ਹਾਂ ਨੂੰ ਕੀ ਕਹਿੰਦੇ ਆ ਦੋ ਘਾਤੀ ਸਮੀਕਰਨਾਂ। ਇਹਨਾਂ ਨੂੰ ਕੀ ਬੋਲਦੇ ਆ ਦੋ ਘਾਤੀ ਸਮੀਕਰਨਾਂ। ਕੁਆਡਰੈਟਿਕ ਇਕੁਏਸ਼ਨ ਆਪਾਂ ਥੋੜੀ ਬਹੁਤ ਡਿਸਕਸ਼ਨ ਇਹਦੀ ਪਹਿਲਾਂ ਕਰ ਚੁੱਕੇ ਹਾਂ। ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਓਨਲੀ ਇਹਦੇ ਬੇਸਿਕਸ ਹੀ ਦੱਸਾਂਗੀ ਕਿ ਕੁਆਡਰੈਟਿਕ ਇਕੁਏਸ਼ਨ ਕਿੱਦਾਂ ਦੀ ਹੁੰਦੀ ਆ, ਇਹਦੀ ਕਿੱਦਾਂ ਆਪਾਂ ਜ਼ੀਰੋਜ਼ ਸਿਫਰਾਂ ਫਾਈਂਡ ਕਰਦੇ ਹਾਂ। उस दिन आप जोड़ा भी चैप्टर किया सीगा लीनियर इक्वेशन इन टू वेरीएबल तो पॉलीनोमीअल ਉਹਦੇ ਵਿੱਚ ਵੀ मैं ਕੁਆਡਰੈਟਿਕ ਇਕੁਏਸ਼ਨਸ ਦੀਆਂ ਸਿਫਰਾਂ ਦਾ ਜੋੜ ਤੇ ਸਿਫਰਾਂ ਦਾ ਗੁਣਨਫਲ ਕਰਵਾਇਆ ਸੀ। ਇਸ ਚੈਪਟਰ ਦੇ ਵਿੱਚ ਵੀ ਸੇਮ ਸਿਫਰਾਂ ਦਾ ਜੋੜ ਤੇ ਸਿਫਰਾਂ ਦਾ ਗੁਣਨਫਲ ਹੋਊਗਾ, ਬਟ ਉਹਦੇ ਨਾਲ ਇੱਕ ਹੋਰ ਵੀ ਕੁਆਡਰੈਟਿਕ ਫਾਰਮੂਲਾ ਜਿਹੜਾ ਸਮੀਕਰਨ ਦੋ ਘਾਤੀ ਸਮੀਕਰਨਾਂ ਦੇ ਦੋ ਰੂਟਸ ਹੁੰਦੇ ਨੇ, ਇਹਦੇ ਵਿੱਚ ਥੋੜਾ ਜਿਹਾ ਟੌਪਿਕ ਨਵਾਂ ਆ। ਚਲੋ ਦੇਖਦੇ ਹਾਂ। ਫਸਟ ਇਹਦੀ ਆਪਾਂ ਥਿਊਰੀ ਕਰਦੇ ਹਾਂ ਅੱਜ। फस्ट ऑफ ऑल वो कहते दो घाती समीकरण की होंगी आ, वो कहते जी पॉलीनोमीअल आ ए एक्स स्केयर प्लस बी एक्स प्लस सी, ये एक दो घाती बहुपद है। तो समीकरण पी एक्स बराबर 0 इनू आप की बोलते हैं दो घाती समीकरण, क्योंकि आपको पता है भी दो घाती पदी बहुपद दे विच की फर्क है तो इक्वेशन दे विच की फर्क है। जदों आप लिखते हैं पी एक्स इज इक्वल्स टू ए एक्स स्केयर प्लस बी एक्स प्लस सी, ਇਹਨੂੰ ਸਿਰਫ ਆਪਾਂ ਕੀ ਬੋਲਦੇ ਹਾਂ ਕੁਆਡਰੈਟਿਕ ਪੋਲੀਨੋਮੀਅਲ। ਜਦੋਂ ਆਪਾਂ ਨਾਲ ਲਗਾ ਦਿੰਦੇ ਹਾਂ ਪੀ ਐਕਸ ਇਕੁਅਲ ਟੂ 0, ਪੀ ਐਕਸ ਇਕੁਅਲ ਟੂ 0 ਦਾ ਮਤਲਬ ਆਪਾਂ ਹੁਣ ਉਹ ਐਕਸ ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ ਜਿਹੜੀ ਇਸ ਇਕੁਏਸ਼ਨ ਨੂੰ ਸਿਫਰ ਬਣਾਉਣਗੀਆਂ, ਤਾਂ ਇਹਨੂੰ ਬੋਲਦੇ ਆ ਸਮੀਕਰਨ ਜਾਂ ਆਪਾਂ ਕੀ ਕਵਾਂਗੇ ਕੁਆਡਰੈਟਿਕ ਇਕੁਏਸ਼ਨ। ਇਹਨੂੰ ਕੀ ਬੋਲਦੇ ਆ ਇਕੁਏਸ਼ਨ। ਤਾਂ ਹੋਪ ਸਭ ਨੂੰ ਪਤਾ ਲੱਗ ਗਿਆ ਹੋਏਗਾ ਕਿ ਬਹੁਪਦ ਅਤੇ ਸਮੀਕਰਨ ਦੇ ਵਿੱਚ ਕੀ ਫਰਕ ਹੈ। ਬਹੁਪਦ ਇਹ ਵਾਲੀ ਹੁੰਦੀ ਹੈ ਅਤੇ ਜਦੋਂ ਇਕੁਅਲ ਟੂ 0 ਆ ਜਾਂਦਾ ਤਾਂ ਕੀ ਬਣ ਜਾਂਦੀ ਹੈ ਸਮੀਕਰਨ। ਨੈਕਸਟ ਉਹ ਕਹਿੰਦੇ ਮਹੱਤਵਪੂਰਨ ਨਤੀਜੇ। ਦੋ ਘਾਤੀ ਸਮੀਕਰਨ ਦਾ ਜਿਹੜਾ ਸਧਾਰਨ ਰੂਪ ਆ ਏ ਐਕਸ ਸਕੇਅਰ ਪਲਸ ਬੀ ਐਕਸ ਪਲਸ ਸੀ ਬਰਾਬਰ 0 ਹੁੰਦਾ, ਜਿੱਥੇ ਆਪਣੇ ਕੋਲ ਏ ਬੀ ਸੀ ਵਾਸਤਵਿਕ ਸੰਖਿਆਵਾਂ ਯਾਨੀ ਕਿ ਰੀਅਲ ਨੰਬਰਸ ਨੇ ਜਿਨ੍ਹਾਂ ਵਿੱਚ ਕੰਡੀਸ਼ਨ ਆ ਏ ਨੋਨ ਜ਼ੀਰੋ, ਕਿਉਂਕਿ ਜੇ ਏ 0 ਹੋ ਗਈ ਤਾਂ ਆਪਣੇ ਕੋਲ ਆਹ ਵਾਲੀ ਟਰਮ ਤਾਂ ਫਿਰ 0 ਹੋ ਗਈ, ਫਿਰ ਟਰਮ ਕੀ ਬਚ ਗਈ ਓਨਲੀ ਲੀਨੀਅਰ ਬਚ ਗਈ। ਇਹਦਾ ਮਤਲਬ ਦੋ ਘਾਤੀ ਸਮੀਕਰਨ ਦੇ ਲਈ ਜ਼ਰੂਰੀ ਆ ਕਿ ਏ ਕੀ ਹੋਣਾ ਚਾਹੀਦਾ ਨੋਨ ਜ਼ੀਰੋ ਹੋਣਾ ਚਾਹੀਦਾ। ਤਾਂ ਕਹਿੰਦੇ ਦੋ ਘਾਤੀ ਸਮੀਕਰਨ ਦੀ ਸਪੋਜ਼ ਕਰ ਲਓ ਅਲਫਾ ਅਤੇ ਬੀਟਾ ਦੋ ਮੁੱਲ ਨੇ। ਆਪਾਂ ਨੂੰ ਪਤਾ ਕੁਆਡਰੈਟਿਕ ਇਕੁਏਸ਼ਨ ਆ ਦੋ ਸਿਫਰਾਂ ਹੋਣਗੀਆਂ ਅਤੇ ਦੋ ਸਿਫਰਾਂ ਦੀ ਵੈਲਿਊ ਕੀ ਦਿੱਤੀ ਹੋਈ ਆ, ਆਹ ਨੀਚੇ ਫਾਰਮੂਲਾ ਦਿੱਤਾ ਹੋਇਆ। ਉਹਦੇ ਤੋਂ ਪਹਿਲਾਂ ਆਪਾਂ ਕੀ ਫਾਈਂਡ ਕਰਨਾ ਡਿਸਕ੍ਰਿਮੀਨੈਂਟ ਫਾਈਂਡ ਕਰਨਾ। ਮੈਂ ਫਾਰਮੂਲਾ ਲਿਖਿਆ ਹੋਇਆ ਇਸ ਤਰ੍ਹਾਂ ਕੁਆਡਰੈਟਿਕ ਇਕੁਏਸ਼ਨ ਏ ਐਕਸ ਸਕੇਅਰ ਪਲਸ ਬੀ ਐਕਸ ਪਲਸ ਸੀ ਬਰਾਬਰ 0 ਆ। ਮੰਨ ਲਓ ਮੈਂ ਇੱਦਾਂ ਕਰਵਾ ਰਹੀ ਹਾਂ, ਸਪੋਜ਼ ਕਰ ਲਓ ਇਕੁਏਸ਼ਨ ਦਿੱਤੀ ਹੋਈ ਆ ਏ ਐਕਸ ਸਕੇਅਰ ਪਲਸ ਬੀ ਐਕਸ ਪਲਸ ਸੀ ਇਜ਼ ਇਕੁਅਲਸ ਟੂ 0। ਸਭ ਤੋਂ ਪਹਿਲਾਂ ਆਪਾਂ ਇਹਦਾ ਡਿਸਕ੍ਰਿਮੀਨੈਂਟ ਫਾਈਂਡ ਕਰਾਂਗੇ ਡੀ। ਡਿਸਕ੍ਰਿਮੀਨੈਂਟ ਦੀ ਵੈਲਿਊ ਹੁੰਦੀ ਆ ਬੀ ਸਕੇਅਰ ਮਾਈਨਸ 4ac। ਫਿਰ ਉਸ ਤੋਂ ਬਾਅਦ ਐਕਸ ਦੀਆਂ ਦੋ ਵੈਲਿਊਜ਼ ਆਉਂਦੀਆਂ ਨੇ, ਇੱਕ ਆਉਂਦੀ ਆ ਮਾਈਨਸ ਬੀ ਪਲਸ ਅੰਡਰ ਰੂਟ ਬੀ ਸਕੇਅਰ ਮਾਈਨਸ 4ac ਡਿਵਾਈਡਡ ਬਾਈ 2a, ਅਤੇ ਦੂਜੀ ਵੈਲਿਊ ਆਉਂਦੀ ਆ ਮਾਈਨਸ ਬੀ, ਇੱਥੇ ਮਾਈਨਸ ਲੱਗ ਜਾਂਦਾ ਪਲੱਸ ਦੀ ਜਗ੍ਹਾ 'ਤੇ ਅੰਡਰ ਰੂਟ ਬੀ ਸਕੇਅਰ ਮਾਈਨਸ 4ac ਡਿਵਾਈਡਡ ਬਾਈ 2a ਸੇਮ ਹੀ ਰਹੂਗਾ। ਯਾਨੀ ਕਿ ਇਹਨੂੰ ਆਪਾਂ ਲਿਖ ਸਕਦੇ ਹਾਂ ਮਾਈਨਸ ਦਾ ਬੀ ਪਲਸ ਮਾਈਨਸ ਅੰਡਰ ਰੂਟ ਡੀ ਅਪੋਨ 2a। ਉਸ ਤੋਂ ਬਾਅਦ ਡੀ ਦੀਆਂ ਹੁਣ ਤਿੰਨ ਵੈਲਿਊਜ਼ ਹੋ ਸਕਦੀਆਂ ਨੇ, ਯਾਨੀ ਕਿ ਆਪਣੇ ਕੋਲ ਇੱਥੇ ਤਿੰਨ ਕੇਸ ਬਣਨਗੇ ਡਿਸਕ੍ਰਿਮੀਨੈਂਟ 'ਤੇ ਡਿਪੈਂਡ ਕਰਦੇ ਆ। ਜਾਂ ਤਾਂ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ 0 ਪੋਜ਼ੀਟਿਵ ਹੋ ਸਕਦਾ, ਜਾਂ ਡਿਸਕ੍ਰਿਮੀਨੈਂਟ ਲੈਸ ਦੈਨ 0 ਹੋ ਸਕਦਾ, ਜਾਂ ਡਿਸਕ੍ਰਿਮੀਨੈਂਟ ਇਕੁਅਲ ਟੂ 0 ਹੋ ਸਕਦਾ ਹੈ। ਜਿਵੇਂ ਮੰਨ ਲਓ ਆਪਣੇ ਕੋਲ ਆਹ ਇੱਥੇ ਦਿੱਤਾ ਹੋਇਆ ਮੂਲਾਂ ਦੀ ਪ੍ਰਕਿਰਤੀ। ਉਹ ਕਹਿੰਦੇ ਦੋ ਘਾਤੀ ਸਮੀਕਰਨ ਦੇ ਜਿਹੜੇ ਮੂਲ ਆ ਉਹ ਕਾਹਦੇ 'ਤੇ ਡਿਪੈਂਡ ਕਰਦੇ ਆ, ਕਾਹਦੇ 'ਤੇ ਨਿਰਭਰ ਕਰਦੇ ਆ ਡਿਸਕ੍ਰਿਮੀਨੈਂਟ 'ਤੇ ਨਿਰਭਰ ਕਰਦੇ ਆ। ਜੇ ਤਾਂ ਡਿਸਕ੍ਰਿਮੀਨੈਂਟ ਇਕੁਅਲ ਟੂ 0 ਹੋਇਆ, ਜਿਹੜੀਆਂ ਆਪਾਂ ਦੋ ਵੈਲਿਊਜ਼ ਮੂਲ ਫਾਈਂਡ ਕਰਾਂਗੇ ਉਹ ਦੋਨੋਂ ਵੈਲਿਊਜ਼ ਕੀ ਆਉਣਗੀਆਂ ਬਰਾਬਰ ਆਉਣਗੀਆਂ ਅਤੇ ਵਾਸਤਵਿਕ ਆਉਣਗੀਆਂ, ਯਾਨੀ ਕਿ ਰੀਅਲ ਰੂਟਸ ਹੋਣਗੇ ਇਕੁਅਲ ਰੂਟਸ ਹੋਣਗੇ। ਜੇ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ 0 ਹੋਇਆ ਤਾਂ ਵਾਸਤਵਿਕ ਹੋਣਗੇ, ਆਸਮਾਨ ਹੋਣਗੇ ਯਾਨੀ ਕਿ ਡਿਫਰੈਂਟ ਹੋਣਗੇ, ਅਤੇ ਪਰਮੇਜ ਹੋਣਗੇ ਯਾਨੀ ਕਿ ਰੀਅਲ ਨੰਬਰਸ ਆਉਣਗੇ, ਰੀਅਲ ਵੈਲਿਊਜ਼ ਆਉਣਗੀਆਂ, ਰੈਸ਼ਨਲ ਨੰਬਰਸ ਆਉਣਗੇ। ਉਸ ਤੋਂ ਬਾਅਦ ਉਹ ਕਹਿੰਦੇ ਜੇ ਡਿਸਕ੍ਰਿਮੀਨੈਂਟ ਲੈਸ ਦੈਨ 0 ਆ ਗਿਆ, ਜੇ ਡਿਸਕ੍ਰਿਮੀਨੈਂਟ ਲੈਸ ਦੈਨ 0 ਆ ਗਿਆ ਤਾਂ ਆਪਾਂ ਕਹਾਂਗੇ ਕੋਈ ਰੀਅਲ ਰੂਟ ਨਹੀਂ ਆਊਗਾ, ਇਮੈਜਨਰੀ ਰੂਟਸ ਰਿਣਾਤਮਕ ਰੂਟਸ, ਮੂਲ ਕਾਲਪਨਿਕ ਹੁੰਦੇ ਹਨ, ਨੈਗੇਟਿਵ ਆ ਗਿਆ ਜੇ ਡਿਸਕ੍ਰਿਮੀਨੈਂਟ। ਇਹ ਮੈਂ ਥੋੜ੍ਹਾ ਜਿਹਾ ਇੱਥੇ ਲਿਖਿਆ ਹੋਇਆ ਨੇਚਰ ਆਫ ਰੂਟਸ ਇੰਗਲਿਸ਼ ਦੇ ਵਿੱਚ ਲਿਖੇ ਹੋਏ ਆ ਕਿ ਜੇ ਤਾਂ ਆਪਣੇ ਕੋਲ ਡਿਸਕ੍ਰਿਮੀਨੈਂਟ ਗ੍ਰੇਟਰ ਦੈਨ 0 ਆ ਗਿਆ
ਤਾਂ 2 ਡਿਸਟਿੰਕਟ ਰੀਅਲ ਰੂਟਸ ਹੋਣਗੇ। ਜੇ ਡਿਸਕ੍ਰਿਮੀਨੈਂਟ ਇਕੁਅਲ ਟੂ 0 ਆ ਗਿਆ ਤਾਂ ਦੋਨੋਂ ਰੂਟਸ ਰੀਅਲ ਰੂਟਸ ਹੋਣਗੇ, ਇਕੁਅਲ ਰੂਟਸ ਹੋਣਗੇ। ਜੇ ਡਿਸਕ੍ਰਿਮੀਨੈਂਟ ਲੈਸ ਦੈਨ 0 ਆਇਆ ਤਾਂ ਨੋ ਰੀਅਲ ਰੂਟਸ ਹੋਣਗੇ। ਮੈਂ ਥੋੜ੍ਹਾ ਜਿਹਾ ਦੁਬਾਰਾ ਐਕਸਪਲੇਨ ਕਰ ਦਿੰਦੀ ਹਾਂ। ਇਗਜ਼ਾਮਪਲ ਮੈਂ ਤੁਹਾਨੂੰ ਇੱਕ ਸੋਲਵ ਕਰਕੇ ਦਿਖਾ ਦਿੰਦੀ ਹਾਂ ਵੀ ਇਸ ਫਾਰਮੂਲੇ ਨਾਲ ਆਪਾਂ ਕਿਵੇਂ ਫਾਈਂਡ ਕਰਨੇ ਆ। ਸਪੋਜ਼ ਕਰ ਲਓ ਮੈਂ ਇਕੁਏਸ਼ਨ ਲੈ ਰਹੀ ਹਾਂ y² + 2y + 1 = 0। ਤਾਂ ਪਹਿਲਾਂ ਆਪਾਂ ਨੂੰ a ਫਾਈਂਡ ਕਰਨੀ ਪਊਗੀ। a ਕੀ ਹੁੰਦਾ? ਵੇਰੀਏਬਲ ਆਫ x। ਚਲੋ y ਦੀ ਜਗ੍ਹਾ ਆਪਾਂ x ਲੈ ਲੈਂਦੇ ਹਾਂ। y ਦੀ ਜਗ੍ਹਾ ਆਪਾਂ x ਲੈ ਲੈਂਦੇ ਹਾਂ, x²। ਤਾਂ a ਦੀ ਵੈਲਿਊ ਦਿੱਤੀ ਹੋਈ ਆ 1, b ਦੀ ਵੈਲਿਊ ਦਿੱਤੀ ਹੋਈ ਆ 2, c ਦੀ ਵੈਲਿਊ ਦਿੱਤੀ ਹੋਈ ਆ 1। ਤਾਂ ਪਹਿਲਾਂ ਆਪਾਂ ਡਿਸਕ੍ਰਿਮੀਨੈਂਟ ਫਾਈਂਡ ਕਰਾਂਗੇ b² - 4ac। b² ਦਾ ਮਤਲਬ ਕੀ ਆ? 2 ਦਾ ਸਕੇਅਰ -4 ਮਲਟੀਪਲਾਈ a ਹੈਗੀ ਆ 1, c ਹੈਗੀ ਆ 1। 2 ਦਾ ਸਕੇਅਰ ਕਿੰਨਾ ਆ ਗਿਆ? 4 - 4 = 0। ਡਿਸਕ੍ਰਿਮੀਨੈਂਟ 0 ਦਾ ਮਤਲਬ ਹੁਣ ਜੇ 4 ਆਪਸ਼ਨਸ ਦਿੱਤੀਆਂ, ਮੰਨ ਲਓ ਫਸਟ ਆਪਸ਼ਨ ਦਿੱਤੀ ਆ ਵੀ ਇਹਦੇ 2 ਬਰਾਬਰ ਰੂਟਸ ਹੋਣਗੇ, 2 ਬਰਾਬਰ ਸਿਫਰਾਂ ਹੋਣਗੀਆਂ, ਠੀਕ ਹੈ। ਦੂਜੀ ਆਪਸ਼ਨ ਦਿੱਤੀ ਹੈਗੀ ਆ ਵੀ ਡਿਫਰੈਂਟ ਹੋਣਗੀਆਂ। ਤੀਜੀ ਵੈਲਿਊ ਦਿੱਤੀ ਹੈ ਵੀ ਕੋਈ ਰੀਅਲ ਵੈਲਿਊ ਨਹੀਂ ਹੋਊਗੀ। ਚੌਥੀ ਦਿੱਤੀ ਆ ਨਨ ਆਫ ਦਾ ਅਬਵ। ਤਾਂ ਆਪਾਂ ਨੂੰ ਪਤਾ ਡਿਸਕ੍ਰਿਮੀਨੈਂਟ ਬਰਾਬਰ 0 'ਤੇ ਆਪਣੇ ਕੋਲ ਕਿਹੜਾ ਕੇਸ ਬਣਦਾ ਸੀ? ਫਸਟ ਕੇਸ ਬਣਦਾ ਸੀ ਜਿਹਦੇ ਵਿੱਚ ਲਿਖਿਆ ਹੋਇਆ ਸੀ ਮੂਲ ਵਾਸਤਵਿਕ ਅਤੇ ਬਰਾਬਰ ਹੁੰਦੇ ਹਨ, ਯਾਨੀ ਕਿ ਰੀਅਲ ਰੂਟਸ ਅਤੇ ਇਕੁਅਲ ਰੂਟਸ ਮਿਲਣਗੇ, ਯਾਨੀ ਕਿ 2 ਬਰਾਬਰ ਰੂਟਸ ਮਿਲਣਗੇ। ਕੁਆਡਰੈਟਿਕ ਇਕੁਏਸ਼ਨ ਆ ਤਾਂ 2 ਹੀ ਰੂਟਸ ਮਿਲਣਗੇ। ਤਾਂ ਇੱਥੋਂ ਇਹ ਕੁਐਸਚਨ ਪੂਰਾ ਹੁੰਦਾ। ਉਸ ਤੋਂ ਬਾਅਦ ਜੇ ਆਪਸ਼ਨਸ ਦੇ ਵਿੱਚ x ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਤਾਂ ਡਿਸਕ੍ਰਿਮੀਨੈਂਟ ਦਾ ਆਪਾਂ ਨੂੰ ਫਾਈਂਡ ਕਰਨਾ ਹੀ ਪੈਣਾ। ਹੁਣ ਆਪਾਂ ਚੱਲਦੇ ਹਾਂ ਆਪਣੇ ਕੁਆਡਰੈਟਿਕ ਫਾਰਮੂਲਾਜ਼ 'ਤੇ। ਕੁਆਡਰੈਟਿਕ ਫਾਰਮੂਲਾ ਕੀ ਸੀਗਾ ਕਿ x ਆਪਣੇ ਕੋਲ ਕਾਹਦੇ ਬਰਾਬਰ ਹੋਊਗਾ? -b ± √b² - 4ac / 2a। ਮਾਈਨਸ b ਕਿੰਨੀ ਦਿੱਤੀ ਹੋਈ ਆ? 2 ਪਲੱਸ ਮਾਈਨਸ ਹੁਣ b² - 4ac ਤਾਂ √d ਹੀ ਆ। √d ਆਪਣੇ ਕੋਲ ਕਿੰਨਾ ਆਇਆ ਸੀ? 0 / 2 ਮਲਟੀਪਲਾਈ a ਯਾਨੀ ਕਿ 2, ਯਾਨੀ ਕਿ 2 ਵੈਲਿਊਜ਼ ਆ ਗਈਆਂ। ਇੱਕ ਵੈਲਿਊ ਆ ਗਈ -2 + 0/2 ਅਤੇ ਇੱਕ ਵੈਲਿਊ ਆ ਗਈ -2 - 0/2। ਤਾਂ ਇਹ ਦੋਨੋਂ ਵੈਲਿਊਜ਼ ਕੀ ਆ ਗਈਆਂ? ਇਕੁਅਲ ਆ ਗਈਆਂ, ਕਿਉਂਕਿ -2/2 ਵੀ ਇੱਕ ਕਾਹਦੇ ਬਰਾਬਰ ਆਊਗਾ? -1 -2 - 0 ਇਹ ਵੀ ਕਿੰਨਾ ਆਊਗਾ? -1, ਯਾਨੀ ਕਿ 2 ਵੈਲਿਊਜ਼ ਆ ਗਈਆਂ -1। ਬਟ ਆਪਾਂ ਨੂੰ ਪਤਾ ਜੇ ਤਾਂ ਕੁਐਸਚਨ ਦੇ ਵਿੱਚ ਆਪਾਂ ਨੂੰ ਡਾਇਰੈਕਟ ਫਾਰਮੂਲਾ ਪੁੱਛਿਆ ਗਿਆ, ਫਾਰਮੂਲਾ ਆਪਾਂ ਨੂੰ ਯਾਦ ਕਰਨਾ ਪੈਣਾ, ਬਟ ਆਪਾਂ ਨੂੰ ਆਹ ਮੈਥਡ ਨਹੀਂ ਯੂਜ਼ ਕਰਨਾ, ਕਿਉਂਕਿ ਆਪਾਂ ਸ਼ਾਰਟਕਟ ਮੈਥਡ ਪੋਲੀਨੋਮੀਅਲ ਚੈਪਟਰ ਦੇ ਵਿੱਚ ਕੀਤਾ ਸਿਫਰਾਂ ਦਾ ਜੋੜ, ਕਿਉਂਕਿ ਸਿਫਰਾਂ ਦਾ ਜੋੜ ਕਾਹਦੇ ਬਰਾਬਰ ਹੁੰਦਾ? -b/a, ਅਤੇ ਇਹਦਾ -b/a ਕਿੰਨਾ ਆਊਗਾ? -2/1। ਅਤੇ ਕਲੀਅਰਲੀ ਆਪਣੀਆਂ ਸਿਫਰਾਂ ਦਾ ਜੋੜ -1 - 2 ਹੀ ਆਇਆ। ਤਾਂ ਫਾਰਮੂਲਾ ਲਾਉਣ ਦੀ ਜ਼ਰੂਰਤ ਨਹੀਂ, ਆਪਾਂ ਡਾਇਰੈਕਟ ਜ਼ੀਰੋਜ਼ ਫਾਈਂਡ ਕਰ ਸਕਦੇ ਹਾਂ। ਹੁਣ ਜਿਵੇਂ ਕੁਐਸਚਨ ਦਿੱਤੇ ਹੋਏ ਨੇ ਆਪਣੇ ਕੋਲੇ, ਇਹ ਵਾਲੇ ਕੁਐਸਚਨ ਨੇ, ਇਹਦਾ ਡਿਸਕ੍ਰਿਮੀਨੈਂਟ ਫਾਈਂਡ ਕਰਨਾ ਤੁਸੀਂ ਅਤੇ x ਦੀਆਂ ਵੈਲਿਊਜ਼ ਫਾਈਂਡ ਕਰਨੀਆਂ। ਅਤੇ ਸੈਕਿੰਡ ਆਪਣਾ ਸ਼ਾਰਟਕਟ ਮੈਥਡ ਆ ਸਿਫਰਾਂ ਦਾ ਜੋੜ। ਸਿਫਰਾਂ ਦਾ ਜੋੜ ਕਿੰਨਾ ਆਊਗਾ? -15/4 -b/a, ਅਤੇ ਪ੍ਰੋਡਕਟ ਆਫ ਰੂਟਸ ਕਿੰਨਾ ਆਊਗਾ ਇਹਦੇ ਵਿੱਚ? 9/4। ਇਸ ਕੁਐਸਚਨ ਦੇ ਵਿੱਚ ਵੀ ਤੁਸੀਂ ਡਿਸਕ੍ਰਿਮੀਨੈਂਟ ਵੀ ਫਾਈਂਡ ਕਰਨਾ ਅਤੇ x ਦੀਆਂ ਵੈਲਿਊਜ਼ ਵੀ ਫਾਈਂਡ ਕਰਨੀਆਂ। ਅਤੇ ਇਹਦਾ ਦੂਜਾ ਮੈਥਡ ਸਿਫਰਾਂ ਦੇ ਜੋੜ ਵਾਲਾ ਮੈਥਡ ਸੀ। ਹੁਣ 4 ਆਪਸ਼ਨਸ ਦਿੱਤੀਆਂ ਨਹੀਂ ਹੈਗੀਆਂ ਤਾਂ ਆਪਾਂ ਇਹ ਵਾਲਾ ਮੈਥਡ ਤਾਂ ਲਗਾ ਹੀ ਨਹੀਂ ਸਕਦੇ, ਕਿਉਂਕਿ ਉਹ ਸ਼ਾਰਟਕਟ ਮੈਥਡ ਸੀ। 4 ਆਪਸ਼ਨਸ ਦਿੱਤੀਆਂ ਕਰਕੇ ਹੀ ਆਪਾਂ ਲਗਾ ਸਕਦੇ ਸੀ। ਤਾਂ ਇਹਦਾ ਵੀ ਤੁਸੀਂ ਡਿਸਕ੍ਰਿਮੀਨੈਂਟ ਫਾਈਂਡ ਕਰਨਾ ਅਤੇ ਨੇਚਰ ਆਫ ਰੂਟਸ ਦੱਸਣਾ ਵੀ ਡਿਸਕ੍ਰਿਮੀਨੈਂਟ 0 ਆਇਆ, ਡਿਸਕ੍ਰਿਮੀਨੈਂਟ > 0 ਆਇਆ ਜਾਂ ਡਿਸਕ੍ਰਿਮੀਨੈਂਟ ਲੈਸ ਦੈਨ 0 ਆਇਆ। ਕੱਲ੍ਹ ਆਪਾਂ ਇਹਦੇ ਪ੍ਰੀਵੀਅਸ ਬੁੱਕ ਦੇ ਜੋ ਵੀ MCQs ਦਿੱਤੇ ਹੋਏ ਨੇ ਆਪਾਂ ਸ਼ਾਰਟਕਟ ਮੈਥਡ ਦੇ ਨਾਲ ਸਾਰੇ ਕੁਐਸਚਨਸ ਕਵਰ ਅਪ ਕਰਾਂਗੇ। ਥੈਂਕਸ, ਹੈਵ ਅ ਨਾਈਸ ਡੇ।